ਜਦੋਂ ਤੋਂ ਮੇਰੀ ਨੂੰਹ ਪ੍ਰੈਗਨੈਂਟ ਹੋਈ ਸੀ ਤਾਂ ਉਸਨੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲਿਆ ਸੀ। ਉਹ ਮੇਰੇ ਬੇਟੇ ਤੋਂ ਚੋਰੀ ਮੈਨੂੰ ਕਹਿੰਦੀ, ਮੰਮੀ ਜੀ ਮੈਂ ਇਹ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੀ, ਤੁਸੀਂ ਮੇਰੇ ਬੱਚੇ ਦਾ ਅਬੋਰਸ਼ਨ ਕਰਵਾ ਦਿਓ। ਅਤੇ ਮੈਂ ਉਸ ਨੂੰ ਝਿੜਕ ਦਿੰਦੀ ਕਿ ਪਾਗਲ ਚੁੱਪ ਕਰ, ਕੀ ਬਕਵਾਸ ਕਰਦੀ ਰਹਿੰਦੀ ਆ। ਮੇਰੀ ਨੂੰਹ ਦਾ ਰੰਗ ਕਾਲਾ ਸੀ, ਉਹ ਉਸ ਨੂੰ ਪਸੰਦ ਨਹੀਂ ਕਰਦਾ ਸੀ, ਇਸ ਲਈ ਮੇਰਾ ਬੇਟਾ ਉਸ ਨੂੰ ਹਰ ਰੋਜ਼ ਬਿਊਟੀ ਪਾਰਲਰ ਲੈ ਕੇ ਜਾਂਦਾ। ਪਾਰਲਰ ਵਾਲੀ ਮੇਰੀ ਨੂੰਹ ਦੀ ਮਸਾਜ ਅਤੇ ਸਿਰ ਦੀ ਮਸਾਜ ਕਰਦੀ। ਮੇਰਾ ਬੇਟਾ ਕਹਿੰਦਾ, ਇਸ ਦਾ ਤਾਂ ਰੰਗ ਕਾਲਾ ਹੈ, ਘੱਟ ਤੋਂ ਘੱਟ ਇਸ ਦਾ ਬੱਚਾ ਤਾਂ ਖੂਬਸੂਰਤ ਪੈਦਾ ਹੋਵੇਗਾ। ਮੇਰੀ ਨੂੰਹ ਹਰ ਵਾਰੀ ਰੋ ਕੇ ਅੰਦਰ ਚਲੀ ਜਾਂਦੀ ਕਿਉਂਕਿ ਉਹ ਮਸਾਜ ਹੀ ਨਹੀਂ ਕਰਵਾਉਣਾ ਚਾਹੁੰਦੀ ਸੀ। ਮੈਂ ਬੇਟੇ ਨੂੰ ਰੋਕਣਾ ਚਾਹੁੰਦੀ ਤਾਂ ਉਹ ਕਹਿੰਦਾ, ਮਾਂ ਇਸ ਮਸਾਜ ਨਾਲ ਬੱਚਾ ਖੂਬਸੂਰਤ ਪੈਦਾ ਹੋਵੇਗਾ ਅਤੇ ਮਾਂ ਦੀ ਸਿਹਤ ਵਿੱਚ ਵੀ ਫਰਕ ਪਵੇਗਾ। ਉਦੋਂ ਮੈਂ ਚੁੱਪ ਹੋ ਜਾਂਦੀ। ਮੈਂ ਵੀ ਤਾਂ ਇਹੀ ਚਾਹੁੰਦੀ ਸੀ ਕਿ ਮੇਰੀ ਨੂੰਹ ਖੁਸ਼ ਰਵੇ ਤੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦੇਵੇ। ਉਸ ਵਿੱਚ ਖਰਾਬੀ ਤਾਂ ਕੋਈ ਨਹੀਂ ਸੀ। ਮਸਾਜ ਕਰਨ ਦੇ ਲਈ ਇੱਕ ਲੜਕੀ ਉਸ ਨੂੰ ਅੰਦਰ ਲੈ ਜਾਂਦੀ, ਪਰ ਇੱਕ ਅਜੀਬ ਗੱਲ ਸੀ, ਜਦੋਂ ਉਹ ਲੜਕੀ ਬਾਹਰ ਆਉਂਦੀ ਤਾਂ ਹਰ ਵਾਰ ਅਫਸੋਸ ਨਾਲ ਕਹਿੰਦੀ ਕਿ ਤੇਰੀ ਨੂੰਹ ਤਾਂ ਕਿਸੇ ਕੰਮ ਦੀ ਨਹੀਂ, ਅਤੇ ਜਦੋਂ ਮੇਰੀ ਨੂੰਹ ਬਾਹਰ ਆਉਂਦੀ ਤਾਂ ਇੱਕ ਖੌਫ ਜਿਹਾ ਉਸਦੇ ਚਿਹਰੇ ਤੇ ਹੁੰਦਾ ਅਤੇ ਆਪਣੀਆਂ ਭਿੱਜੀਆਂ ਅੱਖਾਂ ਦੇ ਨਾਲ ਮੈਨੂੰ ਦੇਖਦੀ ਅਤੇ ਚੁੱਪ ਕਰਕੇ ਜਾ ਕੇ ਗੱਡੀ ਵਿੱਚ ਬੈਠ ਜਾਂਦੀ। ਉਸ ਦੀਆਂ ਨਜ਼ਰਾਂ ਵਿੱਚ ਸ਼ਿਕਵਾ ਹੁੰਦਾ, ਜਿਸ 'ਤੇ ਉਹ ਕਹਿੰਦੀ ਹੋਵੇ ਕਿ ਮੈਂ ਉਸ ਦੀ ਮਦਦ ਕਿਉਂ ਨਹੀਂ ਕਰਦੀ। ਉਹ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ। ਉਹ ਹਰ ਪਲ ਖੋਈ ਰਹਿੰਦੀ ਸੀ, ਨਾ ਢੰਗ ਨਾਲ ਖਾਂਦੀ ਪੀਂਦੀ, ਨਾ ਆਰਾਮ ਕਰਦੀ। ਮੈਂ ਕੋਸ਼ਿਸ਼ ਕੀਤੀ ਕਿ ਜੇਕਰ ਕੋਈ ਗੱਲ ਮੇਰੀ ਨੂੰਹ ਨੂੰ ਪਰੇਸ਼ਾਨ ਕਰ ਰਹੀ ਆ ਤਾਂ ਉਹ ਮੈਨੂੰ ਦੱਸ ਦੇਵੇ, ਪਰ ਉਹ ਮੈਨੂੰ ਕੁਝ ਨਾ ਦੱਸਦੀ। ਬਸ ਇਹੀ ਕਹਿੰਦੀ ਕਿ ਮੈਂ ਇਹ ਬੱਚਾ ਪੈਦਾ ਨਹੀਂ ਕਰਾਂਗੀ। ਮੇਰੀ ਨੂੰਹ ਪ੍ਰੈਗਨੈਂਟ ਹੋਈ ਨੂੰ 5 ਮਹੀਨੇ ਪੂਰੇ ਹੋ ਗਏ ਸੀ। ਮੈਂ ਡਾਕਟਰ ਤੋਂ ਉਸ ਦਾ ਚੈੱਕਅਪ ਕਰਵਾਇਆ ਤਾਂ ਡਾਕਟਰ ਨੇ ਕਿਹਾ, ਮਾਂ ਨੂੰ ਕਿਸੇ ਕਿਸਮ ਦਾ ਦਿਮਾਗੀ ਪਰੇਸ਼ਾਨੀ ਹੈ, ਜਿਸ ਦੀ ਵਜ੍ਹਾ ਨਾਲ ਬੱਚਾ ਵੀ ਖਤਰੇ ਵਿੱਚ ਪੈ ਸਕਦਾ ਹੈ। ਬਿਹਤਰ ਹੋਵੇਗਾ ਕਿ ਮਾਂ ਨੂੰ ਆਰਾਮ ਅਤੇ ਸਕੂਨ ਦਿੱਤਾ ਜਾਵੇ ਤਾਂ ਕਿ ਬੱਚੇ ਅਤੇ ਦੋਹਾਂ ਦੀ ਹਾਲਤ ਬਿਲਕੁਲ ਠੀਕ ਰਹੇ। ਇਹ ਗੱਲ ਸੁਣ ਕੇ ਮੈਂ ਹੈਰਾਨ ਸੀ ਕਿ ਆਖਿਰ ਮਸਲਾ ਕੀ ਸੀ। ਮੇਰਾ ਬੇਟਾ ਤਾਂ ਉਸ ਦਾ ਬਹੁਤ ਖਿਆਲ ਰੱਖਦਾ ਸੀ, ਜ਼ਬਰਦਸਤੀ ਹਰ ਦੂਜੇ ਤੀਜੇ ਦਿਨ ਉਸ ਦੀ ਮਸਾਜ ਵੀ ਕਰਵਾ ਕੇ ਲੈ ਆਉਂਦਾ ਸੀ ਤਾਂ ਕਿ ਮਾਂ ਤੇ ਬੱਚਾ ਸਿਹਤਮੰਦ ਰਹਿਣ। ਖੈਰ, ਡਾਕਟਰ ਦੀ ਹਦਾਇਤ ਦੇ ਮੁਤਾਬਕ ਮੈਂ ਖੁਦ ਹੀ ਸਿੱਧਾ ਮਾਰਕੀਟ ਚਲੀ ਗਈ ਤੇ ਬੱਚੇ ਦੀ ਸ਼ਾਪਿੰਗ ਨੂੰ ਵੀ ਪਸੰਦ ਕਰਨ ਲੱਗ ਪਈ ਅਤੇ ਨਾਲ ਉਸ ਨੂੰ ਜਾਂਚ ਦੀਆਂ ਨਜ਼ਰਾਂ ਨਾਲ ਦੇਖਦੀ ਰਹੀ। ਉਹ ਹਰ ਖਿਡੌਣਾ ਤੇ ਹਰ ਕੱਪੜਾ ਲੈਣ ਵੇਲੇ ਉਦਾਸ ਹੋਣ ਲੱਗ ਪਈ ਸੀ। ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਈ ਤਾਂ ਦਿਲ ਹੀ ਦਿਲ ਵਿੱਚ ਇਹੀ ਸਭ ਸੋਚ ਕੇ ਪਰੇਸ਼ਾਨ ਹੁੰਦੀ ਰਹੀ। ਅਗਲੀ ਸਵੇਰ ਫਿਰ ਤੋਂ ਬੇਟੇ ਨੇ ਪਾਰਲਰ ਜਾਣ ਦਾ ਐਲਾਨ ਕਰ ਦਿੱਤਾ। ਮੈਂ ਤੁਰੰਤ ਆਪਣੀ ਨੂੰਹ ਦੇ ਵੱਲ ਦੇਖਿਆ। ਉਸ ਦੇ ਚਿਹਰੇ ਤੇ ਫਿਰ ਚਿੰਤਾ ਤੇ ਪਰੇਸ਼ਾਨੀ ਦੇ ਹਾਵ ਭਾਵ ਉੱਭਰੇ ਹੋਏ ਸੀ। ਖੈਰ, 10 ਵਜੇ ਦੇ ਕਰੀਬ ਅਸੀਂ ਸਾਰੇ ਪਾਰਲਰ ਪਹੁੰਚੇ ਤੇ ਉੱਥੇ ਉਹੀ ਲੜਕੀ ਜੋ ਪਹਿਲਾਂ ਹੀ ਤਿਆਰ ਖੜੀ ਸੀ, ਉਹ ਪੇਸ਼ੇਵਰ ਅੰਦਾਜ਼ 'ਚ ਸਾਨੂੰ ਮਿਲੀ ਅਤੇ ਇੱਕ ਖਾਲੀ ਕਮਰੇ ਵਿੱਚ ਮੇਰੀ ਨੂੰਹ ਨੂੰ ਇਸ਼ਾਰਾ ਕਰਦੇ ਹੋਏ ਖੁਦ ਵੀ ਉਸ ਕਮਰੇ ਵਿੱਚ ਚਲੀ ਗਈ। ਬੇਟੇ ਨੇ ਨੂੰਹ ਨੂੰ ਜਾਣ ਦਾ ਕਿਹਾ ਤਾਂ ਉਹ ਫਿਰ ਤੋਂ ਉੱਦਾਂ ਹੀ ਰੋਣ ਲੱਗ ਪਈ ਕਿ ਉਹ ਮਸਾਜ ਨਹੀਂ ਕਰਵਾਉਣਾ ਚਾਹੁੰਦੀ। ਉਸ ਦੀਆਂ ਅੱਖਾਂ ਵੀ ਤੇਜ਼ੀ ਨਾਲ ਭਿੱਜਣ ਲੱਗੀਆਂ। ਮੈਨੂੰ ਸ਼ੱਕ ਹੋਣ ਲੱਗ ਪਿਆ ਕਿ ਕੁਝ ਤਾਂ ਹੈ ਕਿ ਮੇਰੀ ਨੂੰਹ ਇੱਥੇ ਪਹੁੰਚ ਕੇ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਆ। ਨੂੰਹ ਨੂੰ ਅੰਦਰ ਭੇਜਿਆ ਤਾਂ ਬੇਟਾ ਮੈਨੂੰ ਇੰਤਜ਼ਾਰ ਕਰਨ ਦਾ ਕਹਿ ਕੇ ਕਿਸੇ ਕੰਮ ਦੇ ਲਈ ਦਫ਼ਤਰ ਲਈ ਰਵਾਨਾ ਹੋ ਗਿਆ। ਮੈਂ ਇਹ ਮੌਕਾ ਹੱਥੋਂ ਜਾਣ ਨਹੀਂ ਦੇਣਾ ਚਾਹੁੰਦੀ ਸੀ। ਮੈਂ ਦੱਬੇ ਪੈਰੀ ਉਸ ਕਮਰੇ ਵੱਲ ਤੁਰ ਪਈ। ਮੈਂ ਕੋਲ ਪਹੁੰਚੀ ਤਾਂ ਹਲਕੀਆਂ ਆਵਾਜ਼ਾਂ ਮੈਨੂੰ ਆਉਣ ਲੱਗ ਪਈਆਂ। ਮੈਂ ਦਰਵਾਜ਼ੇ ਨੂੰ ਹੌਲੀ ਜਿਹੀ ਖੋਲ੍ਹ ਕੇ ਅੰਦਰ ਝਾਕ ਕੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਨੂੰਹ ਹੌਂਕੇ ਲੈ ਕੇ ਰੋ ਰਹੀ ਸੀ ਕਿਉਂਕਿ ਉੱਥੇ ਤਾਂ ਉਸ ਦੀ ਮਸਾਜ ਨਹੀਂ, ਬਲਕਿ ਉਸ ਦੇ ਨਾਲ ਮੇਰਾ ਤਾਲੁਕ ਯੂਪੀ ਦੇ ਇੱਕ ਇਲਾਕੇ ਨਾਲ ਆ। ਮੇਰਾ ਬੇਟਾ, ਬੇਟੀਆਂ ਅਤੇ ਪਤੀ ਖੁਸ਼ੀ ਰਹਿੰਦੇ ਸੀ। ਮੇਰੀ ਇੱਕ ਸਹੇਲੀ ਸੀ ਜੋ ਵਿਆਹੀ ਹੋਈ ਸੀ। ਉਹ ਬਹੁਤ ਹੀ ਚੰਗੀ ਤੇ ਸੁਲਝੀ ਹੋਈ ਔਰਤ ਸੀ, ਹਰ ਕਿਸੇ ਨਾਲ ਘੁਲ ਮਿਲ ਕੇ ਰਹਿਣ ਵਾਲੀ, ਹਰ ਕਿਸੇ ਦਾ ਖਿਆਲ ਰੱਖਣ ਵਾਲੀ ਤੇ ਸ਼ਰੀਫ ਜਿਹੀ ਸੀ। ਮੈਨੂੰ ਉਹ ਬਹੁਤ ਹੀ ਚੰਗੀ ਲੱਗਦੀ ਸੀ। ਮੇਰੇ ਵਿਆਹ ਦੇ 3 ਸਾਲ ਬਾਅਦ ਉਸ ਦਾ ਵੀ ਵਿਆਹ ਹੋ ਗਿਆ ਸੀ, ਪਰ ਇਹਨਾਂ 3 ਸਾਲਾਂ ਵਿੱਚ ਉਹ ਹਰ ਰੋਜ਼ ਮੇਰੇ ਘਰ ਆਉਂਦੀ ਸੀ। ਵਿਆਹ ਦੇ 1.5 ਸਾਲ ਬਾਅਦ ਮੇਰੇ ਬੇਟੇ ਨੂੰ ਬਹੁਤ ਪਿਆਰ ਕਰਦੀ, ਹਰ ਸਮੇਂ ਉਸ ਦੇ ਨਾਲ ਚਿੰਬੜੀ ਰਹਿੰਦੀ। ਫਿਰ ਉਸ ਦਾ ਵਿਆਹ ਹੋ ਗਿਆ ਤੇ ਉਹ ਦੂਜੇ ਸ਼ਹਿਰ ਚਲੀ ਗਈ, ਪਰ ਮੈਨੂੰ ਉਸ ਦੀ ਕਮੀ ਬਹੁਤ ਮਹਿਸੂਸ ਹੁੰਦੀ ਸੀ। ਮੈਂ ਸੋਚ ਲਿਆ ਸੀ ਕਿ ਜਦੋਂ ਉਸ ਦੇ ਘਰ ਬੇਟੀ ਹੋਵੇਗੀ ਤਾਂ ਮੈਂ ਉਸ ਦਾ ਵਿਆਹ ਆਪਣੇ ਬੇਟੇ ਦੇ ਨਾਲ ਕਰਾਂਗੀ। ਮੈਂ ਇਹ ਗੱਲ ਆਪਣੇ ਦਿਲ ਵਿੱਚ ਹੀ ਰੱਖੀ ਤੇ ਇਸ ਦਾ ਜ਼ਿਕਰ ਕਿਸੇ ਨਾਲ ਨਹੀਂ ਕੀਤਾ। ਫਿਰ 2 ਸਾਲ ਬਾਅਦ ਮੇਰੀ ਸਹੇਲੀ ਦੇ ਘਰੋਂ ਵੀ ਖੁਸ਼ਖਬਰੀ ਆਈ ਕਿਉਂਕਿ ਉਹ ਮਾਂ ਬਣਨ ਵਾਲੀ ਸੀ।
ਮੈਂ ਬਹੁਤ ਖੁਸ਼ ਹੋਈ ਤੇ ਉਸ ਦੇ ਬੱਚੇ ਦੀ ਤੰਦਰੁਸਤੀ ਦੀਆਂ ਅਰਦਾਸਾਂ ਕਰਨ ਲੱਗ ਪਈ। ਜਦੋਂ 9 ਮਹੀਨੇ ਪੂਰੇ ਹੋ ਗਏ ਤਾਂ ਉਹ ਹਸਪੀਟਲ ਪਹੁੰਚੀ ਤਾਂ ਮੈਨੂੰ ਕੁਝ ਘੰਟਿਆਂ ਦੇ ਬਾਅਦ ਮਿਲਣ ਵਾਲੀ ਖਬਰ ਨਾਲ ਬਹੁਤ ਮਾਯੂਸੀ ਹੋਈ, ਕਿਉਂਕਿ ਉਸ ਦੇ ਘਰ ਲੜਕੇ ਦੀ ਪੈਦਾਇਸ਼ ਹੋਈ ਸੀ। ਫਿਰ ਮੈਂ ਆਪਣੇ ਦਿਲ ਨੂੰ ਤਸੱਲੀ ਦਿੱਤੀ ਕਿ ਚਲੋ ਕੋਈ ਨਾ, ਅਗਲੀ ਵਾਰੀ ਸਹੀ। ਮੇਰਾ ਇੰਤਜ਼ਾਰ ਵੱਧਦਾ ਗਿਆ ਤੇ 5 ਸਾਲ ਬਾਅਦ ਉਸ ਦੇ ਘਰ ਇੱਕ ਬੇਟੀ ਦੀ ਪੈਦਾਇਸ਼ ਹੋਈ, ਜਿਸ ਦਾ ਨਾਮ ਉਹਨਾਂ ਨੇ ਮਣੀ ਰੱਖਿਆ। ਮੈਂ ਐਲਾਨ ਕਰ ਦਿੱਤਾ ਕਿ ਮੈਂ ਮਣੀ ਨੂੰ ਆਪਣੀ ਨੂੰਹ ਬਣਾਵਾਂਗੀ, ਉਸ ਦਾ ਵਿਆਹ ਆਪਣੇ ਬੇਟੇ ਆਕਾਸ਼ ਦੇ ਨਾਲ ਕਰਾਂਗੀ। ਮੇਰੇ ਪਤੀ ਨੇ ਕਿਹਾ ਕਿ ਉਹ ਬਹੁਤ ਛੋਟੀ ਆ, ਪਰ ਮੇਰੀ ਜਿੱਦ ਦੇ ਅੱਗੇ ਸਾਰੇ ਮੰਨ ਗਏ। ਜਦੋਂ ਇਹ ਦੋਨੇ ਬੱਚੇ ਜਵਾਨ ਹੋਏ ਤਾਂ ਮੈਂ ਮੰਗਣੀ ਦੀ ਰਸਮ ਦੀ ਗੱਲ ਕੀਤੀ। ਮਣੀ ਤਾਂ ਚੁੱਪ ਰਹੀ, ਪਰ ਆਕਾਸ਼ ਬਹੁਤ ਬੁਰੀ ਤਰ੍ਹਾਂ ਵਿਗੜ ਗਿਆ। ਉਸ ਦਾ ਕਹਿਣਾ ਸੀ ਕਿ ਉਸਨੇ ਮਣੀ ਨੂੰ ਕਦੇ ਇਸ ਨਜ਼ਰ ਨਾਲ ਦੇਖਿਆ ਹੀ ਨਹੀਂ। ਉਸਨੇ ਇਸ ਰਿਸ਼ਤੇ ਤੋਂ ਸਾਫ਼ ਹੀ ਇਨਕਾਰ ਕਰ ਦਿੱਤਾ। ਮੈਂ ਵੀ ਜਿੱਦ ਫੜ ਲਈ ਕਿ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਜਿੱਦਾਂ ਹੀ ਆਕਾਸ਼ ਦੀ ਨੌਕਰੀ ਲੱਗ ਜਾਵੇਗੀ, ਉਦੋਂ ਹੀ ਮੈਂ ਉਸ ਦੀ ਮਰਜ਼ੀ ਦੀ ਫਿਕਰ ਕੀਤੇ ਬਿਨਾਂ ਉਸ ਦਾ ਵਿਆਹ ਮਣੀ ਦੇ ਨਾਲ ਕਰ ਦੇਵਾਂਗੀ। ਸਾਰੀਆਂ ਤਿਆਰੀਆਂ ਮੈਂ ਬਹੁਤ ਖੁਸ਼ ਹੋ ਕੇ ਕੀਤੀਆਂ, ਜਦਕਿ ਬੇਟਾ ਇਸ ਦੌਰਾਨ ਬੇਫਿਕਰ ਹੋ ਕੇ ਘੁੰਮਦਾ ਰਿਹਾ। ਜੇਕਰ ਕਦੇ ਮੈਂ ਉਸ ਨੂੰ ਕੋਈ ਚੀਜ਼ ਦਿਖਾ ਕੇ ਉਸ ਦੀ ਰਾਏ ਜਾਣਨਾ ਚਾਹੁੰਦੀ ਤਾਂ ਉਹ ਮਨਾ ਕਰ ਦਿੰਦਾ ਕਿ ਮੇਰਾ ਇਹਨਾਂ ਚੀਜ਼ਾਂ ਵਿੱਚ ਕੋਈ ਦਿਲਚਸਪੀ ਨਹੀਂ। ਇਹ ਗੱਲ ਸੁਣ ਕੇ ਮੈਂ ਦਿਲ ਹੀ ਦਿਲ ਵਿੱਚ ਮਹਿਸੂਸ ਕਰਕੇ ਰਹਿ ਜਾਂਦੀ ਤੇ ਉਸ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀ। ਖੈਰ, ਫਿਰ ਉਹ ਦਿਨ ਵੀ ਆ ਗਿਆ ਜਦੋਂ ਮਣੀ ਮੇਰੇ ਘਰ ਮੇਰੀ ਨੂੰਹ ਬਣ ਕੇ ਆ ਗਈ ਤੇ ਮੇਰਾ ਪਤੀ ਤਾਂ ਬਹੁਤ ਖੁਸ਼ ਸੀ ਕਿ ਮਣੀ ਦੇ ਰੂਪ ਵਿੱਚ ਸਾਨੂੰ ਬੇਟੀ ਅਤੇ ਨੂੰਹ ਦੋਵੇਂ ਮਿਲ ਗਏ। ਪਰ ਬੇਟੇ ਦਾ ਦਿਮਾਗ 7ਵੇਂ ਅਸਮਾਨ ਤੇ ਪਹੁੰਚਿਆ ਹੋਇਆ ਸੀ। ਮੈਂ ਬੜੀ ਮੁਸ਼ਕਲ ਨਾਲ ਆਪਣੇ ਵਾਸਤੇ ਦੇ ਕੇ ਉਸ ਨੂੰ ਨੂੰਹ ਦੇ ਕੋਲ ਭੇਜਿਆ ਸੀ। ਇਦਾਂ ਹੀ ਇੱਕ ਹਫ਼ਤਾ ਗੁਜ਼ਰ ਗਿਆ। ਮੇਰਾ ਬੇਟਾ ਲੱਖ ਬੁਰਾ ਸੀ ਪਰ ਬਦਤਮੀਜ਼ ਨਹੀਂ ਸੀ, ਇਸ ਕਰਕੇ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ। ਫਿਰ ਸਾਡੇ ਕਹਿਣ ਤੇ ਮਣੀ ਨੂੰ ਕੁਝ ਦਿਨਾਂ ਦੇ ਲਈ ਪਹਾੜੀ ਇਲਾਕਿਆਂ ਦੇ ਸ਼ਹਿਰ ਤੇ ਵੀ ਭੇਜ ਦਿੱਤਾ ਗਿਆ। 15 ਦਿਨ ਤੋਂ ਬਾਅਦ ਘੁੰਮ ਫਿਰ ਕੇ ਅਤੇ ਬਹੁਤ ਸਾਰੀ ਸ਼ਾਪਿੰਗ ਕਰਕੇ ਉਹ ਦੋਨੋਂ ਘਰ ਪਹੁੰਚੇ ਤੇ ਮੈਨੂੰ ਕਹਿਣ ਲੱਗੇ, ਹੁਣ ਆਪਣੀ ਨੂੰਹ ਨੂੰ ਆਪ ਸੰਭਾਲੋ, ਮੇਰੀ ਛੁੱਟੀ ਖਤਮ ਹੋਣ ਵਾਲੀ ਆ। ਮੈਂ ਸਾਰਾ ਦਿਨ ਆਰਾਮ ਕਰਾਂਗਾ ਤੇ ਪਰਸੋਂ ਮੈਂ ਡਿਊਟੀ ਤੇ ਜਾਣਾ। ਮੈਂ ਆਪਣੀ ਨੂੰਹ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਆਪਣੇ ਨਾਲ ਹੀ ਬਿਠਾ ਲਿਆ। ਉਸ ਤੋਂ ਪੁੱਛਣ ਲੱਗ ਪਈ, ਤੁਸੀਂ ਦੋਨੋਂ ਕਿੱਥੇ ਗਏ ਸੀ, ਕੀ ਦੇਖਿਆ, ਉੱਥੇ ਮੌਸਮ ਕਿੱਦਾਂ ਦਾ ਸੀ। ਮੈਂ ਉਸ ਨੂੰ ਸਾਰਾ ਕੁਝ ਪੁੱਛ ਰਹੀ ਸੀ। ਪਰ ਕੁਝ ਦਿਨਾਂ ਬਾਅਦ ਐਤਵਾਰ ਵਾਲੇ ਦਿਨ ਪ੍ਰਸ਼ਾਦ ਬਣਾਇਆ ਤੇ ਰਸਮ ਕੀਤੀ ਤੇ ਫਿਰ ਮੇਰੀ ਨੂੰਹ ਨੇ ਰਸੋਈ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਘਰ ਦਾ ਰਿਵਾਜ ਸੀ ਕਿ ਸਾਰੇ ਕੰਮ ਭਲਾ ਕਿਸੇ ਤੋਂ ਵੀ ਕਰਵਾ ਲਓ, ਪਰ ਔਰਤ ਨੂੰ ਰਸੋਈ ਖੁਦ ਹੀ ਸੰਭਾਲਣੀ ਚਾਹੀਦੀ ਆ। ਇਸ ਨਾਲ ਘਰ ਵਾਲਿਆਂ ਦੇ ਦਿਲ ਵਿੱਚ ਇੱਜ਼ਤ ਪੈਦਾ ਹੁੰਦੀ ਆ। ਇਸ ਕਰਕੇ ਰਸੋਈ ਦਾ ਸਾਰਾ ਚਾਹ ਪਾਣੀ, ਨਾਸ਼ਤਾ, ਸਾਰਾ ਕੁਝ ਮੈਂ ਖੁਦ ਹੀ ਦੇਖਦੀ ਸੀ। ਸਾਰੇ ਘਰ ਦੀ ਸਫਾਈ, ਬਰਤਨ ਸਾਫ਼ ਕਰਨੇ, ਕੱਪੜੇ ਧੋਣੇ, ਇਹਨਾਂ ਸਭ ਕੰਮਾਂ ਦੇ ਲਈ 2 ਔਰਤਾਂ ਆਉਂਦੀਆਂ ਸੀ। ਮਣੀ ਨੂੰ ਖਾਣਾ ਬਣਾਉਣਾ ਸਿਖਾਉਣਾ ਸੀ। ਇਸ ਕਰਕੇ ਰੋਜ਼ ਹੀ ਅਸੀਂ ਕੁਝ ਨਾ ਕੁਝ ਨਵਾਂ ਬਣਾ ਰਹੇ ਹੁੰਦੇ ਸੀ। ਕਦੇ ਬਿਰਿਆਨੀ, ਕਦੇ ਕੀ ਤੇ ਕਦੇ ਕੀ। ਮੇਰੇ ਘਰ ਖੂਬ ਰੌਣਕ ਲੱਗੀ ਹੋਈ ਸੀ। ਮੈਂ ਜਿਸ ਨੀਅਤ ਨਾਲ ਆਪਣੀ ਸਹੇਲੀ ਦੀ ਬੇਟੀ ਨੂੰ ਆਪਣੀ ਨੂੰਹ ਬਣਾਇਆ ਸੀ, ਉਹ ਪੂਰੀ ਹੋ ਗਈ ਸੀ। ਮੈਨੂੰ ਯਕੀਨ ਸੀ ਕਿ ਉਸ ਦੀ ਬੇਟੀ ਵੀ ਉਸ ਦੇ ਵਰਗੀ ਹੀ ਹੋਵੇਗੀ। ਇਸ ਕਰਕੇ ਹਰ ਵਕਤ ਸਾਡੇ ਘਰ ਰੌਣਕ ਲੱਗੀ ਰਹਿੰਦੀ। ਮੇਰੇ ਪਤੀ ਵੀ ਮੇਰੇ ਹਰ ਫੈਸਲੇ ਦੀ ਦਾਤ ਦਿੰਦੇ ਸੀ। ਬੇਟਾ ਵੀ ਵਕਤ ਦੇ ਨਾਲ ਨਾਲ ਬਦਲ ਗਿਆ ਸੀ। ਇਸ ਤਰ੍ਹਾਂ ਖੁਸ਼ੀ ਵਕਤ ਗੁਜ਼ਰਨ ਲੱਗਾ ਤੇ 1.5 ਸਾਲ ਗੁਜ਼ਰ ਗਿਆ। ਮੈਂ ਦਿਲ ਤੋਂ ਹੀ ਛੋਟੇ ਮਹਿਮਾਨਾਂ ਦਾ ਇੰਤਜ਼ਾਰ ਵਿੱਚ ਸੀ। ਮੇਰੇ ਘਰ ਦੀ ਇਹ ਖੁਸ਼ੀ ਜਲਦੀ ਤੋਂ ਜਲਦੀ ਆ ਜਾਵੇ। ਉਦੋਂ 3 ਮਹੀਨੇ ਲੰਘ ਗਏ ਤੇ ਮਣੀ ਨੇ ਸਾਨੂੰ ਇਹ ਖੁਸ਼ੀ ਵੀ ਦੇ ਦਿੱਤੀ। ਇੱਕ ਦਿਨ ਜਦੋਂ ਅਸੀਂ ਰਸੋਈ ਵਿੱਚ ਕੁਝ ਬਣਾਉਣ ਦੇ ਇਰਾਦੇ ਨਾਲ ਪਹੁੰਚੇ ਤਾਂ ਮੈਂ ਫਰਿੱਜ ਵਿੱਚੋਂ ਸਮਾਨ ਕੱਢਿਆ ਤੇ ਨੂੰਹ ਨਾਲ ਬੈਠ ਕੇ ਮਸਾਲੇ ਦੀ ਤਿਆਰੀ ਕਰਨ ਲੱਗ ਪਈ। ਉਦੋਂ ਅਚਾਨਕ ਮੇਰੀ ਨੂੰਹ ਦੀ ਤਬੀਅਤ ਖਰਾਬ ਹੋ ਗਈ। ਉਸਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਮੈਂ ਵੀ ਉਸਦੇ ਮਗਰ ਕਮਰੇ ਤੱਕ ਪਹੁੰਚ ਗਈ। ਜਦੋਂ ਵਾਸ਼ਰੂਮ ਵਿੱਚੋਂ ਨਿਕਲੀ ਤਾਂ ਉਸਦਾ ਰੰਗ ਫਿੱਕਾ ਪੈ ਗਿਆ। ਮੈਂ ਉਸ ਨੂੰ ਸਹਾਰਾ ਦੇ ਕੇ ਬੈੱਡ ਤੇ ਬਿਠਾਇਆ ਤੇ ਡਾਕਟਰ ਨੂੰ ਬੁਲਾਉਣ ਲੱਗੀ ਤਾਂ ਉਹ ਬੇਹੋਸ਼ ਹੋ ਗਈ। ਮੈਂ ਘਬਰਾਉਂਦੀ ਹੋਈ ਨੇ ਮਣੀ ਨੂੰ ਗੱਡੀ ਵਿੱਚ ਪਾਇਆ ਤੇ ਡਰਾਈਵਰ ਦੇ ਨਾਲ ਉਸ ਨੂੰ ਹਸਪਤਾਲ ਲੈ ਗਈ। ਡਾਕਟਰ ਨੇ ਤੁਰੰਤ ਚੈੱਕਅਪ ਕੀਤਾ ਤੇ ਡ੍ਰਿਪ ਲਗਾ ਦਿੱਤੀ। ਮੈਂ ਫਿਕਰਮੰਦੀ ਦੇ ਨਾਲ ਪੁੱਛਿਆ ਤਾਂ ਡਾਕਟਰ ਮੁਸਕਰਾਉਂਦੀ ਹੋਈ ਬੋਲੀ, ਘਬਰਾਉਣ ਦੀ ਕੋਈ ਲੋੜ ਨਹੀਂ। ਦਰਅਸਲ ਤੁਹਾਡੀ ਨੂੰਹ ਦਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਸੀ, ਜਿਸ ਕਾਰਨ ਇਹ ਬੇਹੋਸ਼ ਹੋ ਗਈ। ਇਸ ਦੀ ਹਾਲਤ ਵਿੱਚ ਇਦਾਂ ਹੀ ਹੁੰਦਾ ਹੈ। ਮੈਂ ਸੁੱਖ ਦਾ ਸਾਹ ਲਿਆ ਕਿ ਚਲੋ ਘਬਰਾਉਣ ਵਾਲੀ ਕੋਈ ਗੱਲ ਨਹੀਂ। ਪਰ ਫਿਰ ਚੌਂਕਦੇ ਹੋਏ ਡਾਕਟਰ ਦੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ ਤਾਂ ਉਹ ਬੋਲੀ, ਤੁਹਾਡੀ ਨੂੰਹ ਪ੍ਰੈਗਨੈਂਟ ਆ, ਇਸ ਕਰਕੇ ਉਸ ਦਾ BP ਲੋ ਹੋ ਗਿਆ। ਮੈਂ ਇਸ ਦੇ ਲਈ ਵਿਟਾਮਿਨ ਅਤੇ ਹੋਰ ਦਵਾਈਆਂ ਲਿਖ ਰਹੀ ਹਾਂ।
ਇਹ ਰੋਜ਼ਾਨਾ ਇਸਤੇਮਾਲ ਕਰਵਾਓ ਤੇ ਹਰ ਮਹੀਨੇ ਚੈੱਕਅਪ ਦੇ ਲਈ ਲੈ ਕੇ ਆਉਣਾ। ਜ਼ਿਆਦਾ ਤੋਂ ਜ਼ਿਆਦਾ ਤਾਜ਼ਾ ਫਲ ਖਵਾਓ। ਮੈਂ ਡਾਕਟਰ ਦੇ ਸਾਹਮਣੇ ਤਾਂ ਸਕੂਨ ਨਾਲ ਬੈਠ ਰਹੀ ਸੀ, ਪਰ ਇਹ ਖਬਰ ਸੁਣ ਕੇ ਮੇਰਾ ਖੁਸ਼ੀ ਨਾਲ ਬੁਰਾ ਹਾਲ ਹੋ ਰਿਹਾ ਸੀ। ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਂ ਆਪਣੀ ਖੁਸ਼ੀ ਕਿਸ ਤਰ੍ਹਾਂ ਮਨਾਵਾਂ। ਫਿਰ ਕਮਰੇ ਵਿੱਚ ਪਹੁੰਚ ਕੇ ਮੈਂ ਆਪਣੇ ਪਤੀ ਅਤੇ ਬੇਟੇ ਨੂੰ ਫੋਨ ਕਰਕੇ ਹਸਪਤਾਲ ਵਿੱਚ ਬੁਲਾ ਲਿਆ। ਜਦੋਂ ਉਹ ਦੋਵੇਂ ਪਹੁੰਚ ਗਏ ਤਾਂ ਮੈਂ ਦੋਹਾਂ ਨੂੰ ਇਕੱਠਿਆਂ ਹੀ ਇਹ ਖੁਸ਼ੀ ਸੁਣਾਈ। ਮੇਰਾ ਬੇਟਾ ਤਾਂ ਖੁਸ਼ੀ ਦੇ ਮਾਰੇ ਮੇਰੇ ਗਲ ਲੱਗ ਗਿਆ ਤੇ ਫਿਰ ਮੈਨੂੰ ਗੋਲ-ਗੋਲ ਘੁਮਾਉਣ ਲੱਗ ਪਿਆ ਤੇ ਬਾਪ ਦੇ ਰੋਕਣ ਤੇ ਹੀ ਰੁਕਿਆ। ਮੈਂ ਚਕਰਾਉਂਦੇ ਹੋਏ ਨਾਲ ਬੈਂਚ ਤੇ ਬੈਠ ਗਈ, ਪਰ ਫਿਰ ਮੈਂ ਦੇਖਿਆ ਕਿ ਉਹ ਇੰਨਾ ਖੁਸ਼ ਹੋਣ ਦੇ ਬਾਵਜੂਦ ਕਿਸੇ ਗਹਿਰੀ ਸੋਚ ਵਿੱਚ ਡੁੱਬਿਆ ਲੱਗ ਰਿਹਾ ਸੀ। ਖੈਰ, ਮੈਂ ਇਸ ਨੂੰ ਆਪਣਾ ਵਹਿਮ ਸਮਝਿਆ ਤੇ ਫਿਰ ਅਸੀਂ ਸਾਰੇ ਇਕੱਠੇ ਹੀ ਘਰ ਨੂੰ ਨਿਕਲ ਪਏ। ਰਸਤੇ ਵਿੱਚ ਅਸੀਂ ਮਠਿਆਈਆਂ, ਫਲ ਫਰੂਟ ਤੇ ਲੈ ਕੇ ਘਰ ਪਹੁੰਚੇ। ਘਰ ਪਹੁੰਚ ਕੇ ਮੇਰੀਆਂ ਬੇਟੀਆਂ ਵੀ ਸਾਡੇ ਚਿਹਰੇ ਨੂੰ ਦੇਖ ਕੇ ਖੁਸ਼ੀ ਸਮਝ ਗਈਆਂ ਸੀ, ਮੁਬਾਰਕਾਂ ਦੇਣ ਲੱਗ ਗਈਆਂ। ਹੁਣ ਤਾਂ ਮੈਂ ਹਰ ਸਮੇਂ ਆਪਣੀ ਨੂੰਹ ਦੇ ਆਸ-ਪਾਸ ਮੰਡਰਾ ਰਹਿੰਦੀ ਸੀ। ਉਸ ਦੀ ਦੇਖਭਾਲ ਲਈ ਮੈਂ ਇੱਕ ਲੜਕੀ ਵੀ ਰੱਖ ਲਈ ਸੀ ਜੋ ਉਸ ਨੂੰ ਸਮੇਂ-ਸਮੇਂ 'ਤੇ ਸਭ ਕੁਝ ਦਵਾਈਆਂ ਵਗੈਰਾ ਖਾਣਾ ਪੀਣਾ ਦਿੰਦੀ। ਉਸ ਦੇ ਕੋਲ ਹੀ ਰਹਿੰਦੀ। ਜਦੋਂ ਮੇਰਾ ਬੇਟਾ ਵਾਪਸ ਆ ਜਾਂਦਾ ਤਾਂ ਉਹ ਵੀ ਉਸ ਦਾ ਬਹੁਤ ਖਿਆਲ ਰੱਖਦਾ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ, ਪਰ ਮੈਂ ਇੱਕ ਗੱਲ ਨੋਟ ਕੀਤੀ ਕਿ ਮੇਰਾ ਬੇਟਾ ਹਰ ਸਮੇਂ ਕਿਸੇ ਗਹਿਰੀ ਸੋਚ ਵਿੱਚ ਹੀ ਡੁੱਬਿਆ ਰਹਿੰਦਾ ਸੀ। ਨਾ ਜਾਣੇ ਕਿਹੜੇ ਤਾਣੇ ਬਾਣੇ ਮਿਲਾ ਰਿਹਾ ਸੀ। ਮੈਂ ਪੁੱਛਿਆ ਤਾਂ ਕਹਿਣ ਲੱਗਿਆ, ਨਹੀਂ, ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ। ਦਫ਼ਤਰ ਵਿੱਚ ਕੰਮ ਦਾ ਬੋਝ ਵੱਧ ਗਿਆ, ਇਸ ਕਰਕੇ ਇਦਾਂ ਲੱਗ ਰਿਹਾ। ਮੈਂ ਵੀ ਜ਼ਿਆਦਾ ਧਿਆਨ ਨਾ ਦਿੱਤਾ ਤਾਂ ਇਹ ਸਭ ਦਾ ਜ਼ਿੰਦਗੀ ਵਿੱਚ ਚੱਲਦਾ ਹੀ ਰਹਿੰਦਾ। ਖੈਰ, ਇਦਾਂ ਹੀ ਵਕਤ ਬੀਤਣ ਲੱਗਾ। ਮੈਂ ਮਣੀ ਦਾ ਹਰ ਤਰ੍ਹਾਂ ਖਿਆਲ ਰੱਖਦੀ। ਉਸ ਨੂੰ ਹਰ ਮਹੀਨੇ ਡਾਕਟਰ ਦੇ ਕੋਲ ਚੈੱਕਅਪ ਦੇ ਲਈ ਲੈ ਕੇ ਜਾਂਦੀ। 2 ਮਹੀਨੇ ਪੂਰੇ ਹੋ ਗਏ। ਇੱਕ ਦਿਨ ਮੇਰੀ ਨੂੰਹ ਨੇ ਮੈਨੂੰ ਕਿਹਾ, ਮੈਂ ਇਸ ਬੱਚੇ ਦੀ ਸਫਾਈ ਕਰਵਾਉਣਾ ਚਾਹੁੰਦੀ ਹਾਂ। ਮੇਰੇ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉਸ ਨੂੰ ਝਿੜਕ ਦਿੱਤਾ, ਪਰ ਉਹ ਰੋਣ ਲੱਗ ਪਈ ਤੇ ਉਸਨੇ ਮੈਨੂੰ ਕੋਈ ਵੀ ਗੱਲ ਨਾ ਦੱਸੀ। ਅਗਲੇ ਦਿਨ ਮੇਰੇ ਬੇਟੇ ਨੇ ਕਿਹਾ ਉਹ ਮਣੀ ਨੂੰ ਪਾਰਲਰ ਲੈ ਕੇ ਜਾਣਾ ਚਾਹੁੰਦਾ ਤਾਂ ਕਿ ਪਾਰਲਰ ਵਾਲੀ ਮਣੀ ਦੀ ਮਸਾਜ ਵਗੈਰਾ ਕਰੇ। ਮੈਂ ਕਿਹਾ, ਇਹ ਤਾਂ ਚੰਗੀ ਗੱਲ ਆ, ਲੈ ਜਾਓ। ਪਰ ਮਣੀ ਕਹਿਣ ਲੱਗੀ, ਮੰਮੀ ਜੀ ਤੁਸੀਂ ਵੀ ਮੇਰੇ ਨਾਲ ਚੱਲੋ। ਫਿਰ ਮੈਂ ਵੀ ਤਿਆਰ ਹੋ ਕੇ ਉਸ ਦੇ ਨਾਲ ਚੱਲ ਪਈ। ਉੱਥੇ ਪਹੁੰਚ ਕੇ ਮੇਰੇ ਬੇਟੇ ਨੇ ਮਣੀ ਨੂੰ ਇੱਕ ਕਮਰੇ ਵਿੱਚ ਭੇਜਿਆ ਕਿ ਮਸਾਜ ਕਰਵਾ ਲਾ। ਉਹ ਚੁੱਪ ਕਰਕੇ ਅੰਦਰ ਚਲੀ ਗਈ ਤੇ ਮੇਰਾ ਬੇਟਾ ਕਹਿਣ ਲੱਗਾ, ਇੱਥੇ ਮਸਾਜ ਬਹੁਤ ਵਧੀਆ ਹੁੰਦੀ ਆ, ਦਿਮਾਗ ਵੀ ਤਰੋ-ਤਾਜ਼ਾ ਹੋ ਜਾਂਦਾ। ਭਲਾ ਇਸ ਤੋਂ ਮੈਨੂੰ ਕੀ ਇਤਰਾਜ਼ ਹੋਣਾ ਸੀ। ਅਸੀਂ ਇਦਾਂ ਹੀ ਗੱਲਾਂ ਕਰਨ ਲੱਗ ਪਏ। ਤਕਰੀਬਨ ਪੌਣੇ ਘੰਟੇ ਤੋਂ ਬਾਅਦ ਮਣੀ ਕਮਰੇ ਵਿੱਚੋਂ ਬਾਹਰ ਆਈ ਤੇ ਅਸੀਂ ਘਰ ਆ ਗਏ। ਫਿਰ ਇਦਾਂ ਹਰ ਦੂਜੇ ਜਾਂ ਤੀਜੇ ਦਿਨ ਹੋਣ ਲੱਗ ਪਿਆ। ਮੇਰਾ ਬੇਟਾ ਸਵੇਰੇ ਜਾਂ ਸ਼ਾਮ ਨੂੰ ਸਾਨੂੰ ਪਾਰਲਰ ਲੈ ਕੇ ਚਲਾ ਜਾਂਦਾ। ਪਾਰਲਰ ਵਾਲੀ ਮਣੀ ਨੂੰ ਅੰਦਰ ਲੈ ਕੇ ਚਲੀ ਜਾਂਦੀ, ਪਰ ਹਰ ਵਾਰ ਮਣੀ ਘਬਰਾਈ ਹੋਈ ਤੇ ਉਸਦੇ ਕਮਰੇ ਵਿੱਚੋਂ ਬਾਹਰ ਆਉਂਦੀ। ਹੌਲੀ-ਹੌਲੀ ਇਹ ਘਬਰਾਹਟ ਤੇ ਉਦਾਸੀ ਫਿਰ ਪਰੇਸ਼ਾਨੀ ਵਿੱਚ ਤਬਦੀਲ ਹੁੰਦੀ ਗਈ। ਮੈਂ ਪਰੇਸ਼ਾਨ ਸੀ ਕਿ ਆਖਰ ਗੱਲ ਕੀ ਆ। ਖੁਸ਼ ਹੋਣ ਦੀ ਬਜਾਏ ਮਣੀ ਉਦਾਸ ਤੇ ਕਮਜ਼ੋਰ ਹੁੰਦੀ ਜਾ ਰਹੀ ਸੀ। ਫਿਰ ਮੈਨੂੰ ਸ਼ੱਕ ਹੋਣ ਲੱਗ ਪਿਆ। ਹਰ ਵਾਰ ਪਹਿਲਾਂ ਨਾਲੋਂ ਜ਼ਿਆਦਾ ਕੋਸ਼ਿਸ਼ ਵੀ ਕੀਤੀ ਇਹ ਸਭ ਦੇ ਪਿੱਛੇ ਅਸਲ ਰਾਜ਼ ਪਤਾ ਕਰ ਸਕਾਂ। ਮੈਂ ਤਾਂ ਸਮਝੀ ਸੀ ਕਿ ਇਹ ਕੋਈ ਛੋਟੀ-ਮੋਟੀ ਗੱਲ ਆ, ਪਰ ਮੈਨੂੰ ਕੀ ਪਤਾ ਸੀ ਕਿ ਗੱਲ ਬਹੁਤ ਵਿਗੜ ਗਈ ਆ। ਖੈਰ, ਇੱਕ ਦਿਨ ਮੇਰਾ ਬੇਟਾ ਸਾਨੂੰ ਪਾਰਲਰ ਛੱਡ ਕੇ ਚਲਾ ਗਿਆ। ਪਾਰਲਰ ਵਾਲੀ ਮੇਰੀ ਨੂੰਹ ਨੂੰ ਕਮਰੇ ਵਿੱਚ ਲੈ ਗਈ। ਮੇਰੀ ਨੂੰਹ ਬਹੁਤ ਪਰੇਸ਼ਾਨ ਸੀ। ਮੈਂ ਬਿਨਾਂ ਆਵਾਜ਼ ਕੀਤੇ ਕਮਰੇ ਦੇ ਕੋਲ ਗਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਜਿੱਦਾਂ ਮਣੀ ਰੋ ਰਹੀ ਹੋਵੇ। ਮੈਂ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਤਾਂ ਮੈਨੂੰ ਪਾਰਲਰ ਵਾਲੀ ਲੜਕੀ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ। ਮਣੀ ਲੜਕੀ ਦੀ ਕਿਸੇ ਗੱਲ 'ਤੇ ਮਿੰਨਤਾਂ ਕਰ ਰਹੀ ਸੀ ਜੋ ਹਰ ਵਾਰ ਉਸ ਦਾ ਮਸਾਜ ਕਰਦੀ ਸੀ। ਉਹ ਜਵਾਬ ਵਿੱਚ ਮੇਰੀ ਨੂੰਹ ਨੂੰ ਧਮਕਾ ਰਹੀ ਸੀ। ਮੈਂ ਹੈਰਾਨ ਸੀ ਕਿ ਇਹ ਲੜਕੀ ਮੇਰੀ ਨੂੰਹ ਨੂੰ ਧਮਕੀਆਂ ਕਿਉਂ ਦੇ ਰਹੀ ਆ। ਇਸ ਦੀ ਹਿੰਮਤ ਵੀ ਕਿੱਦਾਂ ਹੋਈ ਆਪਣੇ ਕਸਟਮਰ ਨਾਲ ਇਦਾਂ ਗੱਲ ਕਰਨ ਦੀ। ਫਿਰ ਉਹ ਲੜਕੀ ਜੋ ਬੋਲੀ ਉਹ ਸੁਣ ਕੇ ਮੈਂ ਤਾਂ ਹੈਰਾਨ ਰਹਿ ਗਈ। ਉਹ ਲੜਕੀ ਮੇਰੀ ਨੂੰਹ ਨੂੰ ਕਹਿ ਰਹੀ ਸੀ ਕਿ ਉਹ ਅਤੇ ਆਕਾਸ਼ ਇੱਕ ਦੂਜੇ ਨੂੰ ਪਿਆਰ ਕਰਦੇ ਆ ਤੇ ਮਣੀ ਉਹਨਾਂ ਦੇ ਦਰਮਿਆਨ ਆ ਗਈ ਆ। ਉਸ ਨੂੰ ਉਹਨਾਂ ਦੇ ਵਿੱਚੋਂ ਹਟ ਜਾਣਾ ਚਾਹੀਦਾ ਤਾਂ ਜੋ ਉਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ। ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਸੀ। ਉਹ ਤਾਂ ਇਹ ਵੀ ਕਹਿ ਰਹੀ ਸੀ ਕਿ ਮਣੀ ਨੂੰ ਆਪਣੇ ਬੱਚੇ ਦਾ ਮਿਸਕੈਰੇਜ ਕਰਵਾਉਣਾ ਚਾਹੀਦਾ। ਉਹ ਲੜਕੀ ਮਣੀ ਨੂੰ ਇਹ ਧਮਕੀਆਂ ਦੇ ਵੀ ਰਹੀ ਸੀ ਜੇਕਰ ਉਸਨੇ ਇਹ ਸਭ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨ ਤੋਂ ਮਾਰ ਦੇਵੇਗੀ। ਹੇ ਮੇਰਿਆ ਰੱਬਾ, ਇੰਨੀਆਂ ਵੱਡੀਆਂ ਧਮਕੀਆਂ, ਉਹ ਵੀ ਉਸ ਨੂੰ ਜਿਸ ਦਾ ਦਿਲ ਬਹੁਤ ਕਮਜ਼ੋਰ ਆ। ਇਸ ਕਰਕੇ ਡਾਕਟਰ ਨੇ ਪਿਛਲੇ ਮਹੀਨੇ ਚੈੱਕਅਪ ਦੇ ਦੌਰਾਨ ਕਿਹਾ ਸੀ ਕਿ ਇਸ ਨੂੰ ਦਿਮਾਗੀ ਦਬਾਅ ਤੋਂ ਦੂਰ ਰੱਖੋ ਅਤੇ ਖੁਸ਼ ਰੱਖਿਆ ਕਰੋ। ਮੇਰੀ ਨੂੰਹ ਵੀ ਉਸ ਲੜਕੀ ਦੇ ਡਰ ਕਾਰਨ ਮੈਨੂੰ ਕਹਿੰਦੀ ਸੀ ਕਿ ਮੈਂ ਇਹ ਬੱਚਾ ਨਹੀਂ ਰੱਖਣਾ।
ਮੈਨੂੰ ਹੁਣ ਸਾਰੀ ਹਕੀਕਤ ਪਤਾ ਲੱਗ ਗਈ ਤੇ ਮੇਰੇ ਬੇਟੇ ਦਾ ਵੀ ਸਾਰਾ ਕੁਝ ਕੀਤਾ ਕਰਾਇਆ ਸੀ। ਪਰ ਉਹ ਇਹ ਨਹੀਂ ਜਾਣਦਾ ਸੀ ਕਿ ਮਣੀ ਵਰਗੀ ਹਮਸਫਰ ਨੂੰ ਛੱਡ ਕੇ ਉਹ ਸਾਰੀ ਜ਼ਿੰਦਗੀ ਪਛਤਾਵੇਗਾ। ਉਹ ਲੜਕੀ ਆਕਾਸ਼ ਨੂੰ ਕਹਿੰਦੀ ਸੀ ਕਿ ਮੈਂ ਤੇਰੇ ਬੱਚੇ ਨੂੰ ਇੱਕ ਸਕੀ ਮਾਂ ਦੀ ਤਰ੍ਹਾਂ ਪਾਲਾਂਗੀ, ਜਦ ਕਿ ਮਣੀ ਨੂੰ ਕਹਿੰਦੀ ਸੀ ਕਿ ਇਸ ਬੱਚੇ ਨੂੰ ਪੈਦਾ ਹੀ ਨਾ ਕਰਨਾ, ਮੈਂ ਤੁਹਾਨੂੰ ਦੋਹਾਂ ਨੂੰ ਆਪਣੇ ਹੱਥ ਨਾਲ ਮਾਰ ਦੇਵਾਂਗੀ। ਅਸੀਂ ਘਰ ਪਹੁੰਚੇ ਅਤੇ ਫਿਰ ਤੋਂ ਇੱਕ ਨਵੇਂ ਮਸਲੇ 'ਤੇ ਦਿਮਾਗ ਲੜਾਉਣਾ ਸ਼ੁਰੂ ਕਰ ਦਿੱਤਾ। ਕਈ ਦਿਨ ਲਗਾਤਾਰ ਸੋਚਾਂ ਵਿਚਾਰਾਂ ਕਰਨ ਤੋਂ ਬਾਅਦ ਇੱਕ ਦਿਨ ਸੁਨਹਿਰੀ ਮੌਕਾ ਪਾ ਕੇ ਮੈਂ ਮਣੀ ਨੂੰ ਆਪਣੇ ਇੱਕ ਸਹੇਲੀ ਦੇ ਕੋਲ ਭੇਜ ਦਿੱਤਾ ਜੋ ਇੱਕ ਵੈਲਫੇਅਰ ਚਲਾਉਂਦੀ ਸੀ ਤੇ ਉੱਥੇ ਔਰਤਾਂ ਦੇ ਵਿੱਚ ਉਸ ਦਾ ਦਿਲ ਵੀ ਲੱਗ ਗਿਆ। ਉਹ ਸੁਰੱਖਿਅਤ ਵੀ ਸੀ। ਘਰ ਆ ਕੇ ਮੈਂ ਰੋਣਾ ਸ਼ੁਰੂ ਕਰ ਦਿੱਤਾ ਤੇ ਦੂਜਿਆਂ ਨੂੰ ਕਿਹਾ ਕਿ ਮੈਂ ਮਣੀ ਨੂੰ ਹਸਪੀਟਲ ਲੈ ਕੇ ਗਈ ਸੀ, ਪਰ ਅਚਾਨਕ ਤਬੀਅਤ ਖਰਾਬ ਹੋਣ ਦੀ ਵਜ੍ਹਾ ਨਾਲ ਉਸ ਨੂੰ ਚੱਕਰ ਆ ਗਿਆ ਤੇ ਉਹ ਰੋਡ ਤੇ ਡਿੱਗ ਪਈ ਤੇ ਉਸ ਉੱਪਰੋਂ ਹੀ ਟਰੱਕ ਲੰਘ ਗਿਆ ਤੇ ਟੁਕੜੇ ਟੁਕੜੇ ਹੋ ਗਏ ਤੇ ਰੱਬ ਨੂੰ ਪਿਆਰੀ ਹੋ ਗਈ। ਉਸ ਦੀ ਲਾਸ਼ ਵੀ ਘਰ ਲਿਆਉਣ ਦੇ ਕਾਬਿਲ ਨਹੀਂ ਸੀ। ਨਾ ਜਾਣੇ ਕਿਹੜਾ ਗਮ ਸੀ ਮੇਰੀ ਬੱਚੀ ਨੂੰ ਜੋ ਉਸ ਨੂੰ ਅੰਦਰੋਂ ਅੰਦਰੀ ਖਾਈ ਜਾ ਰਿਹਾ ਸੀ। ਇੰਨਾ ਖਿਆਲ ਰੱਖਣ ਦੇ ਬਾਵਜੂਦ ਵੀ ਪਤਾ ਨਹੀਂ ਉਸ ਨੂੰ ਕਿਹੜਾ ਗਮ ਸੀ। ਉਹ ਬੱਚੇ ਸਮੇਤ ਇਸ ਦੁਨੀਆ ਤੋਂ ਚਲੀ ਗਈ। ਮੇਰਾ ਬੇਟਾ ਤਾਂ ਪਾਗਲ ਹੋਣ ਲੱਗ ਪਿਆ। ਵਾਰ-ਵਾਰ ਇਹੀ ਬੋਲੀ ਜਾ ਰਿਹਾ ਸੀ, ਇਹ ਕਿੱਦਾਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਉਹ ਆਪਣੇ ਬੱਚੇ ਦੀ ਖਾਤਰ ਬੇਤਾਬ ਹੋ ਰਿਹਾ ਸੀ, ਜਦ ਕਿ ਮੈਂ ਦੁਖੀ ਹੋ ਰਹੀ ਸੀ ਕਿ ਮੇਰਾ ਬੇਟਾ ਇੰਨਾ ਖੁਦਗਰਜ਼ ਕਿੱਦਾਂ ਹੋ ਗਿਆ। ਉਹ ਹੁਣ ਵੀ ਆਪਣੀ ਔਲਾਦ ਦੀ ਹੀ ਫਿਕਰ ਵਿੱਚ ਸੀ, ਪਰ ਆਪਣੀ ਪਤਨੀ ਦੀ ਨਹੀਂ। 2 ਦਿਨ ਰੋਂਦੇ ਧੋਂਦੇ ਨਿਕਲ ਗਏ। ਤੀਜੇ ਦਿਨ ਉਹ ਪਾਰਲਰ ਵਾਲੀ ਲੜਕੀ ਸਾਡੇ ਘਰ ਆ ਗਈ। ਮੇਰੇ ਬੇਟੇ ਨੂੰ ਸਬਰ ਦਿਲਾਸਾ ਦੇਣ ਲੱਗ ਪਈ, ਅਫਸੋਸ ਗੱਲ ਕਰਨ ਲੱਗ ਪਈ, ਜਦ ਕਿ ਮੈਂ ਦੇਖ ਰਹੀ ਸੀ ਕਿ ਉਹ ਕਿੰਨੀ ਖੁਸ਼ ਸੀ ਕਿ ਚਲੋ ਆਪਣੇ ਆਪ ਹੀ ਦੋਹਾਂ ਦੀ ਜਾਨ ਛੁੱਟ ਗਈ। ਤੇ ਇਹ ਹਿਸਾਬ ਨਾਲ ਉਹ ਹੌਸਲਾ ਦਿੰਦੀ ਰਵੀ ਆਕਾਸ਼ ਦੇ ਸਾਹਮਣੇ ਵੀ ਕਹਿ ਰਹੀ ਸੀ ਕਿ ਚਲੋ ਚੰਗਾ ਹੋਇਆ ਮਾਂ ਤੇ ਬੱਚਾ ਦੋਵੇਂ ਹੀ ਮਰ ਗਏ, ਨਹੀਂ ਤਾਂ ਮੈਂ ਇਸ ਬੱਚੇ ਨੂੰ ਖੁਦ ਮਾਰ ਦਿੰਦੀ। ਵੈਸੇ ਵੀ ਮਾਂ ਤੋਂ ਬਾਅਦ ਇਸ ਬੱਚੇ ਨੂੰ ਕੌਣ ਸੰਭਾਲ ਸਕਦਾ ਹੈ। ਇਹ ਸੁਣਨਾ ਸੀ ਆਕਾਸ਼ ਦਾ ਤਾਂ ਆਪੇ ਤੋਂ ਆਕਾਸ਼ ਬਾਹਰ ਹੋ ਗਿਆ ਤੇ ਮੇਰੇ ਕੁਝ ਕਰਨ ਤੋਂ ਪਹਿਲਾਂ ਹੀ ਉਹ ਲੜਕੀ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ, ਬਲਕਿ ਆਪਣੀ ਜ਼ਿੰਦਗੀ 'ਚੋਂ ਵੀ। ਮੈਂ ਵੀ ਹਥਿਆਰ ਤੇਜ਼ ਕਰ ਲਏ ਤੇ ਬੇਟੇ ਨੂੰ ਸ਼ੀਸ਼ਾ ਦਿਖਾਉਣ ਦਿੱਤਾ ਤੇ ਕਿਹਾ ਕਿ ਇਹ ਸੀ ਤੇਰੀ ਪਸੰਦ, ਜਿਹੜੀ ਖਾਤਰ ਤੂੰ ਆਪਣੀ ਪਤਨੀ ਨੂੰ ਤਲਾਕ ਦੇਣ ਵਾਲਾ ਸੀ। ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਉਹ ਤੇਰੇ ਬੱਚੇ ਦੀ ਮਾਂ ਬਣਨ ਵਾਲੀ ਆ। ਇਹ ਵੀ ਨਾ ਸੋਚਿਆ ਕਿ ਸਾਡਾ ਕੀ ਹੋਵੇਗਾ। ਤੂੰ ਇੰਨਾ ਖੁਦਗਰਜ਼ ਹੋ ਕੇ ਸਿਰਫ ਤੇ ਸਿਰਫ ਆਪਣਾ ਹੀ ਸਵਾਰਥ ਦੇਖਿਆ। ਹੁਣ ਸਾਰੀ ਜ਼ਿੰਦਗੀ ਪਛਤਾ ਕੇ ਗੁਜ਼ਾਰਨਾ ਤੇ ਮੈਂ ਵੀ ਕਦੇ ਤੈਨੂੰ ਮਾਫ਼ ਨਹੀਂ ਕਰੂੰਗੀ। ਇਹ ਕਹਿ ਕੇ ਮੈਂ ਬੁਰੀ ਤਰ੍ਹਾਂ ਰੋਣ ਲੱਗ ਪਈ ਤੇ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ ਅਤੇ ਮੇਰਾ ਬੇਟਾ ਵਿਚਾਰਾ ਆਪਣਾ ਗਮ ਭੁਲਾ ਕੇ ਕਈ ਦਿਨ ਤੱਕ ਮੈਨੂੰ ਮਨਾਉਂਦਾ ਰਿਹਾ। ਫਿਰ ਕਿਤੇ ਜਾ ਕੇ ਮੈਂ ਉਸ ਨੂੰ ਮਾਫ਼ ਕੀਤਾ, ਪਰ ਮਣੀ ਬਾਰੇ ਅਜੇ ਮੈਂ ਉਸ ਨੂੰ ਕੁਝ ਵੀ ਨਹੀਂ ਦੱਸਿਆ ਸੀ। ਮੈਂ ਬਿਨਾਂ ਸੋਚਿਆ ਜਿੰਨਾ ਜ਼ਿਆਦਾ ਅਫਸੋਸ ਹੋਵੇਗਾ ਉਵੇਂ ਹੀ ਉਸ ਦੇ ਵਾਸਤੇ ਚੰਗਾ ਹੈ। ਮੇਰੀ ਨੂੰਹ ਦੀ ਕਦਰ ਓਨੀ ਜ਼ਿਆਦਾ ਵੱਧ ਜਾਵੇਗੀ। ਹੁਣ ਉਹ ਹਰ ਸਮੇਂ ਉਦਾਸ ਰਹਿਣ ਲੱਗਾ। ਉਸ ਦੀ ਮਣੀ ਦੀ ਯਾਦ ਸਤਾਉਣ ਲੱਗ ਪਈ। ਮੈਂ ਉਸ ਨੂੰ ਰਾਤਾਂ ਨੂੰ ਉੱਠ ਕੇ ਆਪਣੇ ਪਤਨੀ ਦੇ ਲਈ ਰੋਂਦਾ ਦੇਖਿਆ, ਜਦ ਕਿ ਮੈਂ ਆਪਣੀ ਨੂੰਹ ਨੂੰ ਮਿਲ ਪਾਉਂਦੀ ਸੀ। ਇੱਕ ਸ਼ਾਮ ਜਦੋਂ ਮੈਂ ਉੱਥੇ ਹੀ ਸੀ ਜਦੋਂ ਮੇਰੀ ਨੂੰਹ ਨੇ ਇੱਕ ਬੇਟੇ ਨੂੰ ਜਨਮ ਦਿੱਤਾ। ਮੈਂ ਪੋਤੇ ਨੂੰ ਦੇਖ ਕੇ ਜਿੱਦਾਂ ਦੁਬਾਰਾ ਤੋਂ ਹੀ ਜੀ ਉੱਠੀ ਸੀ। ਹੁਣ ਮੈਂ ਆਪਣੇ ਬੇਟੇ ਨੂੰ ਹੋਰ ਨਹੀਂ ਦੇਖ ਸਕਦੀ ਸੀ। ਫਿਰ ਮੈਂ ਆਪਣੇ ਬੇਟੇ ਅਤੇ ਪਤੀ ਨੂੰ ਇਸ ਐਡਰੈਸ 'ਤੇ ਬੁਲਾ ਲਿਆ। ਉਹ ਦੋਵੇਂ ਬਾਪ ਬੇਟਾ ਦੌੜੇ ਆਏ ਤੇ ਕਿ ਸ਼ਾਇਦ ਮੈਂ ਕਿਸੇ ਮੁਸੀਬਤ ਵਿੱਚ ਹਾਂ। ਜਦੋਂ ਉਹ ਪਹੁੰਚੇ ਤਾਂ ਆਕਾਸ਼ ਨੇ ਮਣੀ ਨੂੰ ਦੇਖਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਤੇ ਸਾਨੂੰ ਪੁੱਛਣ ਲੱਗ ਪਿਆ ਕਿ ਇਹ ਮੈਨੂੰ ਕੀ ਹੋ ਗਿਆ, ਮੈਨੂੰ ਮਣੀ ਕਿਉਂ ਦਿਖ ਰਹੀ ਆ। ਮੈਂ ਉਸ ਦੇ ਮੋਢੇ 'ਤੇ ਹੱਥ ਰੱਖਿਆ ਤੇ ਉਸ ਨੂੰ ਯਕੀਨ ਦਿਵਾਇਆ ਕਿ ਮਣੀ ਜਿੰਦਾ ਹੈ। ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ। ਫਿਰ ਮੈਂ ਆਕਾਸ਼ ਤੋਂ ਵਾਅਦਾ ਲਿਆ ਕਿ ਉਹ ਜ਼ਿੰਦਗੀ ਵਿੱਚ ਦੁਬਾਰਾ ਕਦੇ ਵੀ ਕਿਸੇ ਹੋਰ ਔਰਤ ਵੱਲ ਨਹੀਂ ਦੇਖੇਗਾ ਅਤੇ ਮਣੀ ਨੂੰ ਕਦੇ ਵੀ ਤਲਾਕ ਨਹੀਂ ਦੇਵੇਗਾ। ਆਕਾਸ਼ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਉਸਨੇ ਮਣੀ ਅਤੇ ਮੇਰੇ ਕੋਲੋਂ ਮਾਫ਼ੀ ਮੰਗ ਲਈ। ਮੈਂ ਉਸ ਨੂੰ ਮਾਫ਼ ਕਰ ਦਿੱਤਾ। ਅੱਜ ਇਸ ਗੱਲ ਨੂੰ ਕਈ ਸਾਲ ਹੋ ਗਏ ਤੇ ਅਸੀਂ ਸਾਰੇ ਇੱਕ ਦੂਜੇ ਨਾਲ ਖੁਸ਼ ਰਹਿੰਦੇ ਹਾਂ। ਸੋ ਦੋਸਤੋ, ਕਿਵੇਂ ਦੀ ਲੱਗੀ ਤੁਹਾਨੂੰ ਇਹ ਕਹਾਣੀ? ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਮਿਲਦੇ ਆ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।